ਸ਼੍ਰੀ ਅਕਾਲ। YouTube ਚੈਨਲ ਪੰਜਾਬੀ ਸਕੂਲ ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਸਰਦਾਰ ਗੁਰਬਖਸ਼ ਸਿੰਘ ਜੀ ਵੱਲੋਂ ਲਿਖੇ ਹੋਏ ਲੇਖ ਬੋਲੀ ਦਾ ਅਧਿਐਨ ਕਰਾਂਗੇ ਅਤੇ ਇਸ ਦਾ ਅਭਿਆਸ ਵੀ ਹੱਲ ਕਰਾਂਗੇ। ਸਰਦਾਰ ਗੁਰਬਖਸ਼ ਸਿੰਘ ਜੀ ਨੂੰ ਉਹਨਾਂ ਵੱਲੋਂ ਸੰਪਾਦਕ ਪੱਤਰਕਾ ਪ੍ਰੀਤਲੜੀ ਕਰਕੇ ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਉਹਨਾਂ ਦਾ ਪਾਠ ਬੋਲੀ ਸਾਡੇ ਬੋਲਣ ਦੇ ਤਰੀਕੇ, ਸਾਡੇ ਸ਼ਬਦਾਂ ਦੀ ਮਹੱਤਤਾ ਉੱਤੇ ਹੈ। ਉਹਨਾਂ ਅਨੁਸਾਰ ਬੋਲੀ ਆਤਮਾ ਦੀ ਤਸਵੀਰ ਹੈ ਅਤੇ ਇਸ ਤੋਂ ਹੀ ਸਾਡੀ ਆਤਮਾ ਦੇ ਚੰਗੇ ਜਾਂ ਮਾੜੇ ਹੋਣ ਦਾ, ਸੋਹਣੇ ਜਾਂ ਕਰੂਪ ਹੋਣ ਦਾ ਪਤਾ ਲੱਗਦਾ ਹੈ। ਬੋਲੀ ਦੀ ਜੀਵਨ ਵਿੱਚ ਕਿੰਨੀ ਜ਼ਿਆਦਾ ਮਹੱਤਤਾ ਹੈ ਅਤੇ ਕਿਸ ਤਰ੍ਹਾਂ ਬਹੁਤ ਸਾਰੇ ਲੋਕ ਇਸ ਨੂੰ ਬਿਲਕੁਲ ਵੀ ਮਹੱਤਵ ਨਹੀਂ ਦਿੰਦੇ ਅਤੇ ਇਸ ਕਰਕੇ ਉਹ ਇਸ ਸੰਸਾਰ ਵਿੱਚ ਆਪਣਾ ਮੁੱਲ ਨਹੀਂ ਪਵਾ ਸਕਦੇ। ਇਹਨਾਂ ਸਾਰੀਆਂ ਗੱਲਾਂ ਬਾਰੇ ਗੁਰਬਖਸ਼ ਸਿੰਘ ਜੀ ਨੇ ਇਸ ਲੇਖ ਵਿੱਚ ਲਿਖਿਆ ਹੈ। ਮੈਂ ਤੁਹਾਨੂੰ ਇਸ ਲੇਖ ਦਾ ਸਾਰ ਸੁਣਾਵਾਂਗੀ ਅਤੇ ਉਸ ਤੋਂ ਬਾਅਦ ਆਪਾਂ ਇਸ ਦਾ ਅਭਿਆਸ ਹੱਲ ਕਰਾਂਗੇ ਅਤੇ ਪ੍ਰਸ਼ਨ ਉੱਤਰ ਕਰਾਂਗੇ। ਤਾਂ ਇਸ ਪਾਠ ਦੇ ਸ਼ੁਰੂ ਵਿੱਚ ਹੀ ਲੇਖਕ ਗੁਰਬਖਸ਼ ਸਿੰਘ ਜੀ ਕਹਿੰਦੇ ਹਨ ਕਿ ਜਿਸ ਤਰ੍ਹਾਂ ਮਨੁੱਖ ਦਾ ਮੂੰਹ, ਉਹਦਾ ਫੇਸ, ਉਹਦੇ ਸਰੀਰ ਦਾ ਚਿੱਤਰ ਹੁੰਦਾ ਹੈ। ਆਪਾਂ ਕਿਸੇ ਦੇ ਮੂੰਹ ਨੂੰ ਦੇਖ ਕੇ ਹੀ ਸਭ ਤੋਂ ਪਹਿਲਾਂ ਦੱਸਦੇ ਹਾਂ ਕਿ ਇਹ ਬੰਦਾ ਸੋਹਣਾ ਹੈ ਜਾਂ ਬਦਸੂਰਤ ਹੈ ਜਾਂ ਕਰੂਪ ਹੈ। ਉਸੇ ਤਰ੍ਹਾਂ ਜਿਹੜੀ ਬੋਲੀ ਹੈ ਉਹ ਮਨੁੱਖ ਦੀ ਆਤਮਾ ਦਾ ਚਿੱਤਰ ਹੈ। ਕਿਸੇ ਮਨੁੱਖ ਦੀ ਆਤਮਾ ਸੋਹਣੀ ਹੈ ਜਾਂ ਕਰੂਪ ਹੈ, ਬਦਸੂਰਤ ਹੈ, ਇਹ ਦੇਖਣਾ ਹੋਵੇ ਤਾਂ ਉਸ ਦੀ ਬੋਲੀ ਤੋਂ ਹੀ ਪਤਾ ਲੱਗ ਜਾਂਦਾ ਹੈ। ਜਿਹੜਾ ਮਨੁੱਖ ਬਿਲਕੁਲ ਨਹੀਂ ਬੋਲਿਆ ਹਜੇ ਤੱਕ, ਉਹ ਇਸ ਤਰ੍ਹਾਂ ਹੁੰਦਾ ਜਿਵੇਂ ਕੋਈ ਬੰਦ ਦਰਵਾਜ਼ੇ ਵਾਲਾ ਘਰ, ਜਿਸ ਦੀ ਅਸੀਂ ਬਾਹਰੋਂ ਸਿਰਫ ਬਣਤਰ ਦੇਖ ਸਕਦੇ ਹਾਂ, ਪਰ ਜਦੋਂ ਹੀ ਉਹ ਬੋਲਦਾ, ਉਹ ਆਪਣੇ ਬੂਹੇ ਖੋਲ੍ਹਦਾ ਤਾਂ ਸਾਨੂੰ ਉਹਦੇ ਅੰਦਰ ਝਾਤੀ ਮਾਰਨ ਦਾ ਮੌਕਾ ਮਿਲ ਜਾਂਦਾ ਹੈ। ਅਤੇ ਕਈ ਘਰਾਂ ਦੀ ਅੰਦਰ ਵਾਲੀ ਬਣਤਰ ਬਹੁਤ ਹੀ ਸੋਹਣੀ ਅਤੇ ਬਹੁਤ ਹੀ ਸੁੱਖ ਦੇਣ ਵਾਲੀ ਹੁੰਦੀ ਹੈ। ਮਤਲਬ ਉਹਨਾਂ ਦੀ ਬੋਲੀ ਬਹੁਤ ਹੀ ਚੰਗੀ ਹੁੰਦੀ ਹੈ, ਬਹੁਤ ਮਿੱਠੀ ਹੁੰਦੀ ਹੈ। ਅਤੇ ਕਈਆਂ ਦੀ ਉਹ ਬਿਲਕੁਲ ਹੀ ਕੋਝੀ, ਕਰੂਪ ਅਤੇ ਦੂਸਰਿਆਂ ਨੂੰ ਦੁੱਖ ਦੇਣ ਵਾਲੀ ਹੁੰਦੀ ਹੈ। ਤਾਂ ਚੰਗੇ ਅਤੇ ਸਿਆਣੇ ਲੋਕ ਜਿਹੜੇ ਨੇ ਉਹ ਕਿਸੇ ਦੀ ਬੋਲੀ ਤੋਂ ਹੀ ਉਸਦੇ ਅੰਦਰ ਦੇ ਸੁਹੱਪਣ ਦਾ ਅੰਦਾਜ਼ਾ ਲਾਉਂਦੇ ਹਨ। ਕਹਿੰਦੇ ਨੇ ਅੱਗੇ ਲੇਖਕ ਕਹਿ ਰਿਹਾ ਕਿ ਅੰਨੇ ਲੋਕ ਆਮ ਤੌਰ 'ਤੇ ਸਿਆਣੇ ਅਤੇ ਦਿਲਚਸਪ ਹੁੰਦੇ ਨੇ, ਕਿਉਂਕਿ ਭਾਵੇਂ ਉਹ ਅੱਖਾਂ ਤੋਂ ਨਹੀਂ ਦੇਖ ਸਕਦੇ ਪਰ ਉਹਨਾਂ ਦੀਆਂ ਗੱਲਾਂ ਅਕਸਰ ਹੀ ਬਹੁਤ ਸਿਆਣੀਆਂ ਹੁੰਦੀਆਂ ਨੇ। ਪਰ ਜਿਹੜੇ ਗੂੰਗੇ ਲੋਕ ਨੇ ਉਹਨਾਂ ਵਿੱਚ ਸ਼ਾਇਦ ਹੀ ਕਿਸੇ ਨੂੰ ਕੋਈ ਦਿਲਚਸਪੀ ਜਾਗਦੀ ਹੋਵੇ, ਕਿਉਂਕਿ ਬੋਲੀ ਤੋਂ ਬਿਨਾਂ ਮਨੁੱਖ ਅਧੂਰਾ ਹੈ। ਬੋਲੀ ਹੈ ਜਿਹੜੀ ਉਹ ਕਿਸੇ ਮਨੁੱਖ ਦੇ ਸਾਰੀ ਸ਼ਖਸੀਅਤ ਬਾਰੇ ਦੱਸ ਦਿੰਦੀ ਹੈ। ਕਈ ਲੋਕ ਜਦੋਂ ਬੋਲਦੇ ਹਨ ਤਾਂ ਇਸ ਤਰ੍ਹਾਂ ਲੱਗਦਾ ਜਿਵੇਂ ਫੁੱਲਾਂ ਫਲਾਂ ਨਾਲ ਲੱਦੇ ਬਾਗ ਵਿੱਚੋਂ ਮਹਿਕਦੀ ਹੋਈ ਹਵਾ ਆ ਰਹੀ ਹੋਵੇ। ਮਤਲਬ ਉਹਨਾਂ ਦੀ ਬੋਲੀ ਇੰਨੀ ਮਿੱਠੀ, ਇੰਨੀ ਦਿਲ ਨੂੰ ਸਕੂਨ ਦੇਣ ਵਾਲੀ ਹੁੰਦੀ ਹੈ। ਅਤੇ ਕਈ ਲੋਕ ਜਦੋਂ ਬੋਲਦੇ ਹਨ ਤਾਂ ਇਸ ਤਰ੍ਹਾਂ ਲੱਗਦਾ ਜਿਵੇਂ ਰੇਗਿਸਤਾਨ ਵਿੱਚੋਂ ਰੁੱਖੀ ਤਪਦੀ, ਮਤਲਬ ਗਰਮ ਹਵਾ ਜਿਹੜੀ ਆਈ ਹੋਵੇ। ਮਤਲਬ ਉਹਨਾਂ ਦੀ ਬੋਲੀ ਬਹੁਤ ਹੀ ਕੁਰੱਖ ਹੁੰਦੀ ਹੈ, ਬਹੁਤ ਹੀ ਦੂਸਰਿਆਂ ਦੇ ਦਿਲ ਨੂੰ ਦੁੱਖ ਦੇਣ ਵਾਲੀ ਹੁੰਦੀ ਹੈ। ਤਾਂ ਪਹਿਲੇ ਹੀ ਪੈਰੇ ਵਿੱਚ ਜੋ ਲੇਖਕ ਹੈ ਉਹ ਬੋਲੀ ਦੀ ਮਹੱਤਤਾ ਅਤੇ ਚੰਗੀ ਬੋਲੀ ਅਤੇ ਮਾੜੀ ਬੋਲੀ ਵਿੱਚ ਇੱਕ ਤਰ੍ਹਾਂ ਦਾ ਕੰਪੈਰੀਜ਼ਨ, ਇੱਕ ਤਰ੍ਹਾਂ ਦਾ ਸਾਡੇ ਸਾਹਮਣੇ ਪੇਸ਼ ਕਰ ਰਹਿੰਦਾ ਹੈ। ਉਸ ਤੋਂ ਬਾਅਦ ਲੇਖਕ ਦੱਸਦਾ ਹੈ ਕਿ ਜਿਹੜੀ ਅਮੀਰ ਬੋਲੀ ਹੈ, ਚੰਗੀ ਬੋਲੀ ਹੈ, ਉਹ ਜ਼ਿੰਦਗੀ ਦੇ ਤਜਰਬਿਆਂ ਤੋਂ ਲਫ਼ਜ਼ ਚੁਣ ਚੁਣ ਕੇ ਬਣਦੀ ਹੈ। ਹੁਣ ਇਹ ਕਿਵੇਂ ਬਣਦੀ ਹੈ? ਲੇਖਕ ਕਹਿੰਦਾ ਕਿ ਬੋਲੀ ਜਿਹੜੀ ਹੈ ਉਹ ਅਸਲ ਅਮੀਰੀ ਉਦੋਂ ਹੀ ਹੁੰਦੀ ਹੈ ਜਦੋਂ ਇਹ ਜ਼ਿੰਦਗੀ ਦੀ ਅਮੀਰੀ ਵਿੱਚੋਂ ਆਪਣੇ ਲਫ਼ਜ਼ ਚੁਣਦੀ ਹੈ। ਮਤਲਬ ਜ਼ਿੰਦਗੀ ਦੀ ਅਮੀਰੀ ਮਤਲਬ ਜ਼ਿੰਦਗੀ ਦੇ ਤਜਰਬੇ। ਹਰ ਬੰਦੇ ਦਾ ਜਿਹੜਾ ਇੱਕ ਲਫ਼ਜ਼ ਹੁੰਦਾ ਹੈ, ਉਸ ਦਾ ਸ਼ਬਦ ਹੁੰਦਾ ਹੈ, ਉਹ ਕਿਸੇ ਨਾ ਕਿਸੇ ਤਜਰਬੇ ਦਾ ਹਿੱਸਾ ਹੁੰਦਾ ਹੈ। ਮਨੁੱਖ ਤਜਰਬਿਆਂ ਤੋਂ ਸਿੱਖਦਾ ਅਤੇ ਹਰ ਤਜਰਬਾ ਕਿਸੇ ਨਾ ਕਿਸੇ ਅਕਲ ਦਾ ਹਿੱਸਾ ਹੁੰਦਾ ਹੈ ਅਤੇ ਅਕਲ ਹੀ ਜਿਹੜੀ ਹੈ ਉਹ ਜ਼ਿੰਦਗੀ ਦਾ ਅਸਲੀ ਸੋਨਾ ਹੈ। ਇਸ ਕਰਕੇ ਜਿਹੜੇ ਬੰਦੇ ਦੀ ਬੋਲੀ ਅਮੀਰ ਹੈ, ਇਸ ਦਾ ਭਾਵ ਇਹ ਹੈ ਕਿ ਉਸ ਕੋਲ ਤਜਰਬੇ ਜ਼ਿਆਦਾ ਹਨ। ਜੇ ਤਜਰਬੇ ਜ਼ਿਆਦਾ ਹਨ ਤਾਂ ਉਸ ਕੋਲ ਅਕਲ ਵੀ ਜ਼ਿਆਦਾ ਹੈ। ਤਾਂ ਇੱਥੇ ਕਵੀ ਨੇ ਬੋਲੀ ਦਾ ਅਕਲ ਨਾਲ ਕਨੈਕਸ਼ਨ ਜੋੜਿਆ ਕਿ ਚੰਗੀ ਬੋਲੀ ਵਾਲਾ ਵਿਅਕਤੀ ਅਕਸਰ ਹੀ ਚੰਗੀ ਅਕਲ ਦਾ ਮਾਲਕ ਵੀ ਹੁੰਦਾ ਹੈ।
ਹੁਣ ਬੋਲੀ ਦਾ ਖਜ਼ਾਨਾ ਕਦੋਂ ਤੋਂ ਜੁੜਨਾ ਸ਼ੁਰੂ ਹੁੰਦਾ ਹੈ? ਬਚਪਨ ਤੋਂ ਹੀ। ਬਚਪਨ 'ਚ ਇਨਸਾਨ ਆਪਣੇ ਆਸ-ਪਾਸ ਤੋਂ ਬੋਲੀ ਸਿੱਖਣੀ ਸ਼ੁਰੂ ਕਰਦਾ ਹੈ। ਜਿਹੜੇ ਲਫ਼ਜ਼ ਉਹ ਬਚਪਨ ਵਿੱਚ ਸਿੱਖ ਲੈਂਦਾ ਹੈ, ਉਹ ਉਹਨੂੰ ਭੁੱਲਦੇ ਨਹੀਂ ਕਦੀ ਵੀ। ਅਤੇ ਉਹਦੇ ਇੱਕ ਇੱਕ ਮੋਹਰ ਵਾਂਗੂ, ਜਿਵੇਂ ਖਜ਼ਾਨੇ ਦੀ ਮੋਹਰ ਹੁੰਦੀ ਨਾ ਸਿੱਕੇ, ਉਵੇਂ ਇੱਕ ਇੱਕ ਮੋਹਰ ਵਾਂਗੂ ਉਸਦੇ ਖਜ਼ਾਨੇ ਵਿੱਚ ਉਹ ਜਮ੍ਹਾਂ ਹੁੰਦੇ ਜਾਂਦੇ ਹਨ। ਅਤੇ ਜਿੱਥੇ ਸਾਡਾ ਬਚਪਨ ਬੀਤਦਾ ਉਹ ਥਾਂ ਮੋਹਰਾਂ ਦੀ ਖਾਣ ਹੁੰਦੀ ਹੈ। ਉੱਥੇ ਹੀ ਅਸੀਂ ਸਭ ਤੋਂ ਪਹਿਲਾਂ ਆਪਣਾ ਖਜ਼ਾਨਾ ਇਕੱਠਾ ਕਰਦੇ ਹਾਂ। ਸਾਡੀ ਅਮੀਰੀ ਉਸੇ ਖਾਣ 'ਤੇ ਨਿਰਭਰ ਕਰਦੀ ਹੈ। ਜਿਹੜੇ ਬੱਚੇ ਨੇ ਬਚਪਨ ਵਿੱਚ ਬਹੁਤ ਸਾਰੀ ਚੰਗੀ ਬੋਲੀ ਸਿੱਖ ਲਈ, ਚੰਗੇ ਸ਼ਬਦ ਸਿੱਖ ਲਏ, ਉਹ ਅੱਗੇ ਵੀ ਜਾ ਕੇ ਕਿਤੇ ਮਾਰ ਨਹੀਂ ਖਾਂਦਾ। ਇਹ ਅੱਗੇ ਲੇਖਕ ਕਹਿੰਦਾ ਹੈ ਕਿ ਕਿਉਂਕਿ ਬਚਪਨ ਦੇ ਸਿੱਖੇ ਸ਼ਬਦ ਸਾਰੀ ਉਮਰ ਇਨਸਾਨ ਦੇ ਨਾਲ ਰਹਿਣੇ ਨੇ, ਇਸ ਕਰਕੇ ਬਚਪਨ ਦੀ ਦੁਨੀਆ 'ਚ ਅਮੀਰੀ ਦਾ ਵਾਧਾ ਕਰਨਾ, ਯਾਨੀ ਕਿ ਬੱਚੇ ਦੀ ਬਚਪਨ ਵਿਚਲੀ ਭਾਸ਼ਾ ਦਾ ਵਿਸਥਾਰ ਉਹਨੂੰ ਦੇਣਾ, ਉਹਨੂੰ ਬਹੁਤ ਸਾਰੀ ਭਾਸ਼ਾ ਦੇਣਾ, ਇਹ ਵੱਡਿਆਂ ਦਾ ਕੰਮ ਹੈ। ਕਈ ਲੋਕ ਇਸ ਤਰ੍ਹਾਂ ਬੱਚੇ ਪਾਲਦੇ ਨੇ ਵੀ ਜਿੱਥੇ ਪਲਦੇ ਪਲੀ ਜਾਣ, ਜਿਵੇਂ ਮਰਜ਼ੀ ਰੁਲੀ ਜਾਣ। ਉਹਨਾਂ ਦੀ ਦੁਨੀਆ ਦਿਨੋਂ ਦਿਨ ਕੰਗਾਲ ਹੁੰਦੀ ਜਾਂਦੀ ਹੈ। ਫਿਰ ਅੱਗੇ ਲੇਖਕ ਦੱਸਦਾ ਹੈ ਕਿ ਹੁਣ ਲਫ਼ਜ਼ ਤਾਂ ਦੁਨੀਆ ਵਿੱਚ ਬਹੁਤ ਸਾਰੇ ਨੇ, ਪਰ ਇਹਨਾਂ ਵਿੱਚੋਂ ਚੰਗੀ ਪੁਟਾਈ, ਸਿਆਣੀ ਪੁਟਾਈ, ਮਤਲਬ ਚੰਗੇ ਲਫ਼ਜ਼ ਚੁਣਨੇ, ਸਿਆਣੇ ਲਫ਼ਜ਼ ਚੁਣਨੇ, ਇਹ ਵੀ ਕੋਈ ਵਿਰਲਾ ਬੰਦਾ ਹੀ ਕਰ ਸਕਦਾ ਹੈ। ਕਿਉਂਕਿ ਖਾਣ ਵਿੱਚ ਸਾਰਾ ਕੁਝ ਸੋਨਾ ਨਹੀਂ ਹੁੰਦਾ। ਖਾਣ ਜਦੋਂ ਜਿੱਥੇ ਖੁਦਾਈ ਕਰੀਦੀ ਹੈ, ਉਹਦੇ ਵਿੱਚੋਂ ਸੋਨਾ ਲੱਭ ਕੇ ਉਹਨੂੰ ਪੂੰਝ ਕੇ ਆਪਣੀ ਪੇਟੀ ਵਿੱਚ ਸਾਂਭਣਾ, ਯਾਨੀ ਕਿ ਚੰਗੇ ਲਫ਼ਜ਼ ਲੱਭਣੇ, ਉਹਨਾਂ ਨੂੰ ਸਵਾਰਨਾ ਅਤੇ ਆਪਣੇ ਅੰਦਰ ਜਜ਼ਬ ਕਰ ਲੈਣਾ, ਆਪਣੇ ਖਜ਼ਾਨੇ ਵਿੱਚ ਸਾਂਭ ਲੈਣਾ ਹਰ ਇਨਸਾਨ ਦੇ ਵੱਸ ਦੀ ਗੱਲ ਨਹੀਂ ਹੁੰਦੀ। ਜਿਹੜਾ ਇਨਸਾਨ ਚੰਗੇ ਲਫ਼ਜ਼ ਲੱਭ ਕੇ ਆਪਣੇ ਅੰਦਰ ਰੱਖ ਲੈਂਦਾ ਹੈ, ਉਹੀ ਇਸ ਬੋਲੀ ਦੀ ਅਮੀਰੀ ਦਾ ਮਾਲਕ ਹੁੰਦਾ ਜਾਂਦਾ। ਉਸਦੀ ਬੋਲੀ ਜਿਹੜੀ ਹੈ ਉਹ ਅਮੀਰ ਹੁੰਦੀ ਜਾਂਦੀ ਹੈ। ਸਾਡੀ ਬੋਲੀ ਉਹੀ ਹੁੰਦੀ ਹੈ ਜਿਹੜੀ ਸਾਡੀ ਬਚਪਨ ਦੀ ਬੋਲੀ ਹੁੰਦੀ, ਸਾਡੀ ਮਾਂ ਦੀ ਬੋਲੀ ਹੁੰਦੀ ਹੈ। ਤਾਂ ਇੱਥੇ ਲੇਖਕ ਮਾਂ ਬੋਲੀ ਦੀ ਮਹੱਤਤਾ ਬਾਰੇ ਗੱਲ ਕਰਨ ਲੱਗਦਾ ਹੈ। ਉਹ ਕਹਿੰਦਾ ਕਿ ਉਹ ਲੋਕ ਬਹੁਤ ਹੀ ਬੇਕਿਸਮਤੇ, ਬੇਭਾਗ ਵਾਲੇ ਹੁੰਦੇ ਨੇ, ਜਿਨ੍ਹਾਂ ਨੂੰ ਵੱਡੇ ਹੋ ਕੇ ਬਚਪਨ ਦੀ ਬੋਲੀ ਨਾਲੋਂ ਕੋਈ ਹੋਰ ਬੋਲੀ ਅਪਣਾਉਣੀ ਪੈਂਦੀ ਹੈ, ਜਿਨ੍ਹਾਂ ਨੂੰ ਬਚਪਨ ਦੀ ਬੋਲੀ ਬੋਲਣ ਦਾ ਮੌਕਾ ਨਹੀਂ ਮਿਲਦਾ। ਕਿਉਂਕਿ ਬਚਪਨ ਦੀ ਸਿੱਖੀ ਬੋਲੀ ਜਿਹੜੀ ਹੈ, ਉਹ ਸਾਡੇ ਜਿਹੜੇ ਅਸਲੀ ਜਜ਼ਬਾਤ ਨੇ, ਸਿਰਫ ਉਹੀ ਬੋਲੀ ਉਹ ਚੱਲ ਸਕਦੀ ਹੈ। ਹੋਰ ਕੋਈ ਬੋਲੀ ਸਾਡੇ ਜਜ਼ਬਾਤਾਂ ਨੂੰ ਉਸ ਤਰ੍ਹਾਂ ਨਹੀਂ ਚੱਲ ਸਕਦੀ ਜਿਵੇਂ ਸਾਡੀ ਬਚਪਨ ਦੀ ਬੋਲੀ ਚੱਲ ਸਕਦੀ ਹੈ। ਤਜਰਬਾ ਜਿਹੜਾ ਉਹ ਸਾਡੀ ਦੌਲਤ ਹੁੰਦੀ ਹੈ, ਇਹ ਲੇਖਕ ਪਹਿਲਾਂ ਹੀ ਗੱਲ ਕਰ ਚੁੱਕਿਆ। ਅਤੇ ਇਹ ਦੌਲਤ ਬਚਪਨ ਦੇ ਸਮੇਂ ਜਿਹੜੀ ਬੋਲੀ ਦੇ ਚਿੰਨ੍ਹਾਂ ਵਿੱਚ ਸਾਂਭੀ ਹੁੰਦੀ ਹੈ, ਉਹ ਬੋਲੀ ਦੀ ਸੂਈ ਹੀ ਇਹਦੇ ਉੱਤੇ ਫੇਰਿਆਂ ਗ੍ਰਾਮੋਫੋਨ ਦੇ ਰਿਕਾਰਡ ਵਾਂਗ ਵੱਜ ਸਕਦੀ ਹੈ। ਹੁਣ ਇੱਥੇ ਲੇਖਕ ਦਾ ਕਹਿਣ ਦਾ ਭਾਵ ਇਹ ਹੈ ਕਿ ਮਨੁੱਖ ਆਪਣੇ ਤਜਰਬਿਆਂ ਵਿੱਚੋਂ ਚੰਗੀਆਂ ਚੰਗੀਆਂ ਗੱਲਾਂ ਤਾਂ ਹੀ ਕੱਢ ਸਕਦਾ ਹੈ ਜੇ ਉਹ ਉਸ ਬੋਲੀ ਨਾਲ ਜੁੜਿਆ ਰਹੇ ਜਿਹੜੀ ਉਹਨੇ ਬਚਪਨ ਵਿੱਚ ਸਿੱਖੀ ਸੀ। ਕਿਉਂਕਿ ਬਚਪਨ ਦੇ ਤਜਰਬੇ ਤਾਂ ਹੀ ਜਾਗਣਗੇ ਜੇ ਉਹ ਉਸੇ ਬੋਲੀ ਦੇ ਰਾਹੀਂ ਉਹਨਾਂ ਨੂੰ ਜਗਾਏਗਾ, ਉਹਨਾਂ ਨੂੰ ਉਸ ਸੂਈ ਨਾਲ, ਉਸ ਬੋਲੀ ਦੀ ਸੂਈ ਨਾਲ ਛੇੜੇਗਾ। ਤਜਰਬਾ ਦੌਲਤ ਦਾ ਖਜ਼ਾਨਾ ਹੁੰਦਾ ਹੈ। ਸ਼ਬਦ ਦੇ ਸਿੱਕੇ ਤੇ ਨੋਟ ਹਨ, ਜਿਨ੍ਹਾਂ ਨੂੰ ਅਸੀਂ ਰੋਜ਼ਾਨਾ ਜ਼ਿੰਦਗੀ ਦੀ ਮੰਡੀ ਵਿੱਚ ਚਲਾਉਂਦੇ ਹਾਂ। ਅਤੇ ਜ਼ਿੰਦਗੀ ਦੀ ਦੌਲਤ ਬਿਨਾਂ ਇਹ ਸ਼ਬਦ ਨਕਾਰੇ ਹੁੰਦੇ ਹਨ। ਜਿਨ੍ਹਾਂ ਕੋਲ ਜ਼ਿੰਦਗੀ ਹੈ ਉਹੀ ਇਹਨਾਂ ਸ਼ਬਦਾਂ ਨੂੰ ਵਰਤਦੇ ਹਨ। ਹੁਣ ਇਸ ਤਜਰਬੇ ਨੂੰ ਵਧਾਉਣ ਦਾ ਤਰੀਕਾ ਕੀ ਹੈ ਕਿ ਸਭ ਤੋਂ ਜ਼ਿਆਦਾ ਤਜਰਬੇ ਲੈਣ ਦੇ ਵੱਧ ਤੋਂ ਵੱਧ ਮੌਕੇ ਪੈਦਾ ਕੀਤੇ ਜਾਣ। ਪੜ੍ਹਾਈ ਆਪਣੇ ਆਪ ਵਿੱਚ ਇੱਕ ਵੱਡਾ ਤਜਰਬਾ ਨਹੀਂ, ਸਿਰਫ ਤਜਰਬੇ ਦੀ ਲਗਨ ਵਧਾਉਣ ਦਾ ਇੱਕ ਤਰੀਕਾ ਹੈ। ਵੇਖਣਾ, ਖੇਡਣਾ, ਮਿਲਣਾ, ਪਿਆਰ ਕਰਨਾ, ਜੋੜਨਾ, ਤੋੜਨਾ, ਇਹ ਜ਼ਿੰਦਗੀ ਦੇ ਅਸਲ ਤਜਰਬੇ ਹਨ ਜਿਹੜੇ ਸਾਡੀ ਸ਼ਖਸੀਅਤ ਨੂੰ ਅਤੇ ਸਾਡੀ ਬੋਲੀ ਨੂੰ ਅਮੀਰ ਬਣਾਉਂਦੇ ਹਨ। ਤਾਂ ਇਹ ਗੱਲ ਪਹਿਲਾਂ ਵੀ ਹੋਈ ਹੈ ਕਿ ਸਾਡੀ ਬੋਲੀ ਕਦੋਂ ਅਮੀਰ ਬਣਦੀ ਹੈ? ਜਦੋਂ ਸਾਡੇ ਤਜਰਬੇ ਜ਼ਿਆਦਾ ਹੁੰਦੇ ਹਨ। ਤਾਂ ਤਜਰਬੇ ਸਾਨੂੰ ਜ਼ਿੰਦਗੀ ਦੀਆਂ ਨਿੱਕੀਆਂ ਨਿੱਕੀਆਂ ਘਟਨਾਵਾਂ ਤੋਂ ਮਿਲਦੇ ਹਨ। ਲੇਖਕ ਕਹਿੰਦਾ ਜਵਾਨੀ ਅਤੇ ਬੁਢਾਪੇ ਨਾਲੋਂ ਵੀ ਕਈ ਗੁਣਾ ਕੀਮਤੀ ਸਮਾਂ ਬਚਪਨ ਦਾ ਹੁੰਦਾ ਹੈ। ਕਿਉਂਕਿ ਜਿਹੜੇ ਮੋਹਰਾਂ ਬਚਪਨ ਵਿੱਚ ਇਕੱਠੀਆਂ ਕਰ ਲਈਆਂ ਜਾਂਦੀਆਂ ਹਨ, ਉਹੀ ਸਾਰੀ ਉਮਰ ਹੌਲੀ ਹੌਲੀ ਕਰਕੇ ਖਰਚੀਆਂ ਜਾਂਦੀਆਂ ਹਨ। ਜਿਹੜੇ ਲਫ਼ਜ਼ ਨੇ ਉਹ ਸੋਨੇ ਦਾ ਨਿੱਕਾ ਜਿਹਾ ਤਿਣਕਾ ਹੁੰਦਾ ਹੈ। ਇਹਨਾਂ ਦੀ ਬਣਾਵਟ ਗਹਿਣੇ ਦੀ ਕਢਾਈ ਵਾਂਗ ਇਹਨਾਂ ਦੀ ਅਸਲੀਅਤ ਨੂੰ ਅੱਗੇ ਜਾਂ ਪਿੱਛੇ ਪਾਉਂਦੀ ਹੈ। ਹੁਣ ਕੀ ਹੈ ਕਿ ਲਫ਼ਜ਼ ਤਾਂ ਹਰ ਕੋਈ ਬੋਲਦਾ ਹੈ,
ਪਰ ਉਹਨਾਂ ਦੀ ਕਢਾਈ ਕਿਵੇਂ ਦੀ ਹੈ, ਉਹਨਾਂ ਦੀ ਬਣਤਰ ਕਿਵੇਂ ਦੀ ਹੈ, ਉਸ ਤੋਂ ਵਿਅਕਤੀ ਦਾ ਮੁੱਲ ਪੈਂਦਾ ਹੈ। ਕਈ ਲੋਕਾਂ ਦੇ ਲਫ਼ਜ਼ ਇੰਨੇ ਸੋਹਣੇ ਹੁੰਦੇ ਹਨ, ਇੰਨੇ ਵਧੀਆ ਘੜੇ ਹੋਏ ਹੁੰਦੇ ਹਨ ਕਿ ਹਰ ਕੋਈ ਉਹਨਾਂ ਦਾ ਮੁਰੀਦ ਬਣ ਜਾਂਦਾ। ਹਰ ਕੋਈ, ਉਹ ਕਿਸੇ ਨੂੰ ਕੋਈ ਗੱਲ ਕਹਿ ਲੈਣ, ਉਹਨਾਂ ਦੀ ਕੋਈ ਗੱਲ ਮੋੜ ਹੀ ਨਹੀਂ ਸਕਦਾ। ਅਤੇ ਕਈ ਲੋਕਾਂ ਦੇ ਲਫ਼ਜ਼ ਇੰਨੇ ਅਣਘੜੇ ਕੋਝੇ ਹੁੰਦੇ ਹਨ, ਪਿੱਤਲ ਵਰਗੇ ਹੁੰਦੇ ਹਨ ਵੀ ਉਹਨਾਂ ਨੂੰ ਕੋਈ ਛੇਤੀ ਦੇਣੀ ਹੱਥ ਨਹੀਂ ਪਾਉਂਦਾ। ਤਾਂ ਇੱਥੇ ਲੇਖਕ ਇਹ ਦੱਸ ਰਿਹਾ ਕਿ ਬੋਲਦਾ ਹਰ ਕੋਈ ਹੈ, ਲਫ਼ਜ਼ ਹਰ ਕੋਈ ਵਰਤਦਾ ਹੈ, ਪਰ ਉਹਨਾਂ ਨੂੰ ਕਿਸ ਤਰ੍ਹਾਂ ਵਰਤਿਆ ਜਾਂਦਾ ਹੈ, ਇਹ ਚੀਜ਼ ਜਿਹੜੀ ਹੈ ਉਹ ਬਹੁਤ ਜ਼ਿਆਦਾ ਮਹੱਤਵ ਰੱਖਦੀ ਹੈ। ਹੁਣ ਕਈ ਲੋਕ ਦੁਨੀਆ 'ਚ ਆਪਣਾ ਮੁੱਲ ਨਹੀਂ ਪਵਾ ਪਾਉਂਦੇ ਕਿਉਂਕਿ ਉਹ ਆਪਣੇ ਲਫ਼ਜ਼ਾਂ ਵੱਲ ਧਿਆਨ ਨਹੀਂ ਦਿੰਦੇ। ਛਿੱਥੇ, ਚੁਭਵੇਂ, ਕੌੜੇ, ਬੇਤਾਬ, ਬੇਰਸ ਲਫ਼ਜ਼ ਵਰਤਦੇ ਹਨ, ਪਰ ਕਈ ਲੋਕ ਆਪਣਾ ਪੂਰਾ ਮੁੱਲ ਪਵਾ ਦਿੰਦੇ ਹਨ। ਤਾਂ ਆਪਣਾ ਮੁੱਲ ਪਵਾਉਣ ਲਈ ਇਸ ਦੁਨੀਆ ਵਿੱਚ ਆਪਣੇ ਆਪ ਨੂੰ ਦੁਨੀਆ ਵਿੱਚ ਸਥਾਪਿਤ ਕਰਨ ਲਈ ਚੰਗੇ ਲਫ਼ਜ਼ਾਂ ਦੀ ਜਿਹੜੀ ਜ਼ਰੂਰਤ ਹੈ, ਉਹਦੇ ਉੱਤੇ ਲੇਖਕ ਨੇ ਜ਼ੋਰ ਦਿੱਤਾ ਹੈ। ਬੋਲੀ ਹੀ ਜਿਹੜੀ ਹੈ ਉਹ ਤੁਹਾਡੀ ਕਾਮਯਾਬੀ ਦੀ ਕੁੰਜੀ ਹੈ। ਇਹੀ ਜਿਹੜੀ ਹੈ ਅਣਹੋਏ ਸੁਪਨਿਆਂ ਨੂੰ ਵੀ ਅਸਲੀਅਤ ਦਾ ਰੂਪ ਦੇ ਸਕਦੀ ਹੈ ਅਤੇ ਸਾਡੀ ਜ਼ਿੰਦਗੀ ਵਿੱਚ ਸੁਨਹਿਰੀ ਧੁੱਪਾਂ ਚੜ੍ਹਾ ਸਕਦੀ ਹੈ। ਲੇਖਕ ਕਹਿੰਦਾ ਹੈ ਵੀ ਬੋਲੀ ਸਾਨੂੰ ਹਰ ਇੱਕ ਕੋਲੋਂ ਸਿੱਖਣੀ ਚਾਹੀਦੀ ਹੈ, ਕੋਈ ਮਰਜ਼ੀ ਹੋਵੇ, ਮਾਪੇ, ਉਸਤਾਦ, ਘਰ ਆਏ ਮਹਿਮਾਨ, ਹੋਕਾ ਦੇਣ ਵਾਲੇ, ਛਾਬੜੀ ਵਾਲੇ, ਲੱਕੜਾਂ ਪਾੜਨ ਵਾਲੇ ਮਜ਼ਦੂਰ, ਗਵਾਲੇ, ਚਰਵਾਹੇ, ਹਰ ਵਿਅਕਤੀ ਕੋਲ ਕੋਈ ਨਾ ਕੋਈ ਨਵਾਂ ਲਫ਼ਜ਼ ਹੁੰਦਾ ਹੈ। ਤੁਸੀਂ ਉਹਦੇ ਕੋਲੋਂ ਦੇ ਲਫ਼ਜ਼ ਸਿੱਖੋ, ਉਹਨਾਂ ਨੂੰ ਸੰਭਾਲੋ, ਲਫ਼ਜ਼ਾਂ ਦੀ ਭੁੱਖ ਪੈਦਾ ਕਰੋ। ਲਫ਼ਜ਼ਾਂ ਦੀ ਭੁੱਖ ਮਤਲਬ ਹਰ ਸਮੇਂ ਤੁਹਾਨੂੰ ਕੋਈ ਨਵਾਂ ਲਫ਼ਜ਼ ਸਿੱਖਣ ਦੀ ਇੱਛਾ ਹੋਣੀ ਚਾਹੀਦੀ ਹੈ ਤਾਂ ਜੋ ਤੁਹਾਡਾ ਲਫ਼ਜ਼ਾਂ ਦਾ ਭੰਡਾਰ ਦਿਨੋਂ ਦਿਨ ਅਮੀਰ ਹੁੰਦਾ ਜਾਵੇ। ਲਫ਼ਜ਼ ਚਾਹੇ ਆਪਣੇ ਆਪ ਵਿੱਚ ਦੌਲਤ ਨਹੀਂ ਹਨ, ਪਰ ਇਹ ਦੌਲਤ ਦੀ ਨਿਸ਼ਾਨੀ ਹਨ। ਕਿਸ ਤਰ੍ਹਾਂ? ਜਿਵੇਂ ਸਿੱਕੇ ਉੱਤੇ ਇੱਕ ਮੋਹਰ ਲੱਗੀ ਹੁੰਦੀ ਹੈ, ਉਹ ਮੋਹਰ ਆਪਣੇ ਆਪ ਵਿੱਚ ਸਿੱਕਾ ਨਹੀਂ ਹੁੰਦੀ, ਪਰ ਉਸ ਮੋਹਰ ਤੋਂ ਹੀ ਪਤਾ ਲੱਗਦਾ ਹੈ ਕਿ ਉਸ ਸਿੱਕੇ ਦਾ ਕੀ ਮੁੱਲ ਹੈ। ਉਹ 1 ਰੁਪਏ ਦਾ, 2 ਰੁਪਏ ਦਾ, 10 ਰੁਪਏ ਦਾ, ਜਾਂ ਉਸ ਦਾ ਕੀ ਕੀਮਤ ਹੈ, ਉਸ ਮੋਹਰ ਨਾਲ ਹੀ ਪਤਾ ਲੱਗਦੀ ਹੈ। ਇਸੇ ਤਰ੍ਹਾਂ ਲਫ਼ਜ਼ ਜਿਹੜੇ ਨੇ ਉਹ ਚਾਹੇ ਦੌਲਤ ਨਹੀਂ ਹੈ, ਪਰ ਉਹ ਸਾਡੀ ਅੰਦਰ ਤਜਰਬੇ ਦੀ ਦੌਲਤ ਹੋਣ ਦੀ ਨਿਸ਼ਾਨੀ ਹਨ। ਜਿਨ੍ਹਾਂ ਦੇ ਦਿਲਾਂ ਵਿੱਚ ਦੋਸਤੀ, ਪਿਆਰ, ਕੁਰਬਾਨੀ, ਗੀਤ, ਕਹਾਣੀਆਂ, ਹੰਝੂਆਂ, ਹਾਸਿਆਂ ਅਤੇ ਕੁਦਰਤੀ ਛੂਹਾਂ ਦੀ ਦੌਲਤ ਅਮੁੱਕ ਹੈ, ਤਾਂ ਮਨੁੱਖੀ ਕੁੱਖ ਵਿੱਚੋਂ ਕਿਹੜਾ ਜੰਮਿਆ ਹੈ ਜਿਹੜਾ ਜੱਫੀਆਂ ਪਾਉਂਦੇ ਲਫ਼ਜ਼ਾਂ ਦੀ ਛਣ ਤੋਂ ਨਿਸ਼ਾਵਰ ਹੋਣੋਂ ਰੁਕ ਸਕੇ। ਭਾਵ ਜਿਹੜੇ ਵਿਅਕਤੀ ਦੀ ਭਾਸ਼ਾ ਚੰਗੀ ਹੈ, ਛਣ ਕਰਦੀ ਮਿੱਠੀ ਭਾਸ਼ਾ ਹੈ, ਉਸ ਵਿਅਕਤੀ 'ਤੇ ਨਿਛਾਵਰ ਹੋਣੋਂ ਕੋਈ ਨਹੀਂ ਬਚ ਸਕਦਾ। ਹਰ ਵਿਅਕਤੀ ਉਸ ਵਿਅਕਤੀ ਨੂੰ ਚੰਗਾ ਸਮਝੇਗਾ, ਉਸ ਤੋਂ ਖੁਸ਼ੀ ਪ੍ਰਾਪਤ ਕਰੇਗਾ। ਅਜਿਹਾ ਵਿਅਕਤੀ ਆਪ ਵੀ ਖੁਸ਼ ਰਹੇਗਾ, ਦੂਸਰਿਆਂ ਨੂੰ ਵੀ ਖੁਸ਼ੀਆਂ ਵੰਡੇਗਾ। ਤਾਂ ਇਸ ਤਰ੍ਹਾਂ ਇਸ ਲੇਖ ਵਿੱਚ ਗੁਰਬਖਸ਼ ਸਿੰਘ ਪ੍ਰੀਤਲੜੀ ਜੀ ਨੇ ਬੋਲੀ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ ਹੈ। ਕਿਸ ਤਰ੍ਹਾਂ ਜਿਹੜੀ ਬੋਲੀ ਸਾਡੀ ਆਤਮਾ ਦੀ ਤਸਵੀਰ ਹੈ ਅਤੇ ਇਹਦੇ ਤੋਂ ਸਾਡੀ ਆਤਮਾ ਦੇ ਸੋਹਣੇਪਨ ਜਾਂ ਕਰੂਪਤਾ ਦਾ ਪਤਾ ਲੱਗਦਾ ਹੈ। ਚੰਗੀ ਬੋਲੀ ਜ਼ਿੰਦਗੀ ਦੇ ਤਜਰਬੇ ਤੋਂ ਅਤੇ ਅਕਲ ਤੋਂ ਆਉਂਦੀ ਹੈ ਅਤੇ ਇਹ ਜਿਹੜਾ ਬੋਲੀ ਦਾ ਖਜ਼ਾਨਾ ਹੈ ਬਚਪਨ ਤੋਂ ਹੀ ਜੁੜਨਾ ਸ਼ੁਰੂ ਹੁੰਦਾ ਹੈ। ਇਸ ਕਰਕੇ ਬੱਚੇ ਦੇ ਬਚਪਨ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਇਸ ਤੋਂ ਇਲਾਵਾ ਮਾਂ ਬੋਲੀ ਦੀ ਮਹੱਤਤਾ ਬਾਰੇ ਵੀ ਲੇਖਕ ਇਸ ਲੇਖ ਵਿੱਚ ਗੱਲ ਕਰਦਾ ਹੈ ਅਤੇ ਨਾਲ ਹੀ ਲੇਖਕ ਦੱਸਦਾ ਹੈ ਕਿ ਚੰਗੀ ਬੋਲੀ, ਚੰਗੇ ਲਫ਼ਜ਼ ਮਨੁੱਖ ਦਾ ਮੁੱਲ ਪਵਾ ਦਿੰਦੇ ਹਨ ਇਸ ਦੁਨੀਆ ਵਿੱਚ, ਅਤੇ ਮਾੜੇ ਲਫ਼ਜ਼ ਮਨੁੱਖ ਨੂੰ ਕੱਖੋਂ ਹੌਲਾ ਕਰ ਦਿੰਦੇ ਹਨ। ਤੁਸੀਂ ਜੇ ਕਾਮਯਾਬ ਹੋਣਾ ਤਾਂ ਚੰਗੇ ਲਫ਼ਜ਼ ਸਿੱਖਦੇ ਰਹੋ ਅਤੇ ਉਹਨਾਂ ਨੂੰ ਵਰਤੋ ਤਾਂ ਜੋ ਜ਼ਿੰਦਗੀ ਵਿੱਚ ਕਾਮਯਾਬੀ ਤੁਹਾਡੇ ਪੈਰ ਚੁੰਮੇ। ਅਤੇ ਮਾੜੇ ਲਫ਼ਜ਼ ਵਰਤਣ ਵਾਲੇ ਲੋਕ, ਬੋਲੀ ਦੇ ਖਜ਼ਾਨੇ ਨੂੰ ਸੰਭਾਲ ਕੇ ਨਾ ਰੱਖਣ ਵਾਲੇ ਲੋਕ ਅਕਸਰ ਇਸ ਦੁਨੀਆ ਵਿੱਚ ਆਪਣਾ ਪੂਰਾ ਮੁੱਲ ਨਹੀਂ ਪਵਾ ਸਕਦੇ। ਇਹ ਸੀ ਤੁਹਾਡਾ ਪਾਠ। ਹੁਣ ਮੈਂ ਤੁਹਾਨੂੰ ਇਸ ਪਾਠ ਦੇ ਮੁੱਖ ਪੁਆਇੰਟ ਜਿਹੜੇ ਨੇ ਉਹ ਇੱਕ ਵਾਰੀ ਫਿਰ ਤੋਂ ਰਿਵਾਈਜ਼ ਕਰ ਦਿੰਦੀ ਹਾਂ ਤਾਂ ਜੋ ਤੁਹਾਨੂੰ ਇਸ ਪਾਠ ਨੂੰ ਯਾਦ ਰੱਖਣਾ, ਇਹਨੂੰ ਸਮਝਣਾ ਆਸਾਨ ਹੋਵੇ ਅਤੇ ਉਸ ਤੋਂ ਬਾਅਦ ਆਪਾਂ ਇਸ ਦੇ ਪ੍ਰਸ਼ਨ ਉੱਤਰ ਕਰਾਂਗੇ। ਤਾਂ ਇਸ ਦੇ ਮੁੱਖ ਪੁਆਇੰਟ ਤੁਸੀਂ ਸੁਣ ਲਓ ਧਿਆਨ ਨਾਲ। ਸਭ ਤੋਂ ਪਹਿਲਾਂ ਹੈ ਕਿ ਬੋਲੀ ਆਤਮਾ ਦੀ ਤਸਵੀਰ ਹੈ। ਦੂਸਰਾ, ਆਤਮਾ ਦਾ ਸੋਹਣਾਪਨ ਜਾਂ ਆਤਮਾ ਦੀ ਕਰੂਪਤਾ ਬਾਰੇ ਬੋਲੀ ਤੋਂ ਹੀ ਪਤਾ ਲੱਗਦਾ ਹੈ। ਤੀਸਰਾ, ਬੋਲੀ ਫੁੱਲਾਂ ਲੱਦੇ ਬਾਗ ਵਿੱਚੋਂ ਆਈ ਮਹਿਕਦੀ ਹਵਾ ਜਾਂ ਰੇਗਿਸਤਾਨ ਵਿੱਚੋਂ ਆਈ ਰੁੱਖੀ ਪੌਣ ਵਰਗੀ
ਹੋ ਸਕਦੀ ਹੈ। ਦੋਨਾਂ 'ਚੋਂ ਕਿਸੇ ਵੀ ਤਰੀਕੇ ਦੀ ਹੋ ਸਕਦੀ ਹੈ। ਅੱਗੇ, ਅਮੀਰ ਬੋਲੀ ਜ਼ਿੰਦਗੀ ਦੇ ਤਜਰਬੇ ਤੇ ਅਕਲ ਤੋਂ ਆਪਣੇ ਲਫ਼ਜ਼ ਚੁਣਦੀ ਹੈ। ਅਗਲਾ, ਬੋਲੀ ਦਾ ਖਜ਼ਾਨਾ ਬਚਪਨ ਤੋਂ ਜੁੜਨਾ ਸ਼ੁਰੂ ਹੁੰਦਾ ਹੈ ਅਤੇ ਨਾਲ ਹੀ ਮਾਂ ਬੋਲੀ ਦੀ ਸਾਡੇ ਜੀਵਨ ਵਿੱਚ ਬਹੁਤ ਮਹੱਤਤਾ ਹੈ। ਅਸਲ ਤਜਰਬੇ ਸਾਡੀ ਸ਼ਖਸੀਅਤ ਨੂੰ ਅਮੀਰ ਬਣਾਉਂਦੇ ਹਨ ਅਤੇ ਬੋਲੀ ਨੂੰ ਲਿਸ਼ਕਾਉਂਦੇ ਹਨ। ਤੇ ਜਿਹੜੇ ਲੋਕ ਆਪਣੇ ਲਫ਼ਜ਼ਾਂ ਵੱਲ ਧਿਆਨ ਨਹੀਂ ਦਿੰਦੇ, ਉਹ ਆਪਣਾ ਪੂਰਾ ਮੁੱਲ ਨਹੀਂ ਪਵਾ ਸਕਦੇ। ਬੋਲੀ ਇਨਸਾਨ ਦੀ ਕਾਮਯਾਬੀ ਦੀ ਕੁੰਜੀ ਹੈ। ਤੇ ਅੱਗੇ ਹੈ, ਹਰ ਕਿਸੇ ਕੋਲੋਂ ਲਫ਼ਜ਼ ਸਿੱਖੋ ਅਤੇ ਸੰਭਾਲੋ। ਤੇ ਲਫ਼ਜ਼ ਆਪਣੇ ਆਪ ਵਿੱਚ ਦੌਲਤ ਨਹੀਂ, ਬਲਕਿ ਦੌਲਤ ਦੀ ਨਿਸ਼ਾਨੀ ਹਨ। ਇਸ ਕਰਕੇ ਸਾਨੂੰ ਆਪਣੀ ਬੋਲੀ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ ਤੇ ਆਪਣੀ ਬੋਲੀ ਨੂੰ ਵਧੀਆ ਚੰਗਾ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਹ ਸਾਰੇ ਪੁਆਇੰਟਸ ਅਗਰ ਤੁਸੀਂ ਯਾਦ ਰੱਖ ਲਓਗੇ ਤਾਂ ਤੁਹਾਨੂੰ ਇਸ ਲੈਸਨ ਨੂੰ ਯਾਦ ਰੱਖਣ ਵਿੱਚ ਕੋਈ ਦਿੱਕਤ ਨਹੀਂ ਆਵੇਗੀ। ਹੁਣ ਆਪਾਂ ਇਸ ਦੇ ਪ੍ਰਸ਼ਨ ਉੱਤਰ ਕਰਦੇ ਹਾਂ। ਪਹਿਲਾ ਪ੍ਰਸ਼ਨ, ਬੋਲੀ ਲੇਖ ਦੇ ਲੇਖਕ ਕੌਣ ਹਨ? ਸਰਦਾਰ ਗੁਰਬਖਸ਼ ਸਿੰਘ ਪ੍ਰੀਤਲੜੀ। ਅੱਗੇ, ਸਰੀਰ ਦਾ ਚਿੱਤਰ ਕਿਹੜਾ ਹੈ? ਮੂੰਹ। ਮਨੁੱਖ ਦੀ ਆਤਮਾ ਦਾ ਚਿੱਤਰ ਕਿਹੜਾ ਹੈ? ਬੋਲੀ। ਬਿਨਾਂ ਬੋਲੇ ਮਨੁੱਖ ਕਿਸ ਤਰ੍ਹਾਂ ਦਾ ਹੁੰਦਾ ਹੈ? ਬੰਦ ਦਰਵਾਜ਼ੇ ਵਾਲੇ ਮਕਾਨ ਦੀ ਤਰ੍ਹਾਂ। ਮਨੁੱਖ ਦੀ ਅਮੀਰੀ ਦਾ ਕਿਸ ਤੋਂ ਪਤਾ ਲੱਗਦਾ ਹੈ? ਬੋਲੀ ਤੋਂ। ਲੇਖਕ ਅਨੁਸਾਰ ਕੌਣ ਆਮ ਤੌਰ ਤੇ ਸਿਆਣੇ ਤੇ ਦਿਲਚਸਪ ਹੁੰਦੇ ਹਨ? ਅੰਨੇ। ਜਿਸ ਅੰਦਰ ਕੁਝ ਨਹੀਂ ਹੁੰਦਾ, ਉਸ ਦੀ ਬੋਲੀ ਕਿਸ ਤਰ੍ਹਾਂ ਦੀ ਹੁੰਦੀ ਹੈ? ਰੇਗਿਸਤਾਨ ਵਿੱਚੋਂ ਆਈ ਰੁੱਖੀ ਤਪਦੀ ਪੌਣ ਵਰਗੀ। ਬੋਲੀ ਦਾ ਅਕਲ ਨਾਲ ਕੀ ਸੰਬੰਧ ਹੈ? ਹਰ ਲਫ਼ਜ਼ ਕਿਸੇ ਤਜਰਬੇ ਦਾ ਹਿੱਸਾ ਅਤੇ ਹਰ ਤਜਰਬਾ ਕਿਸੇ ਅਕਲ ਦਾ ਹਿੱਸਾ ਹੁੰਦਾ ਹੈ। 9ਵਾਂ ਪ੍ਰਸ਼ਨ, ਬੋਲੀ ਦਾ ਖਜ਼ਾਨਾ ਕਦੋਂ ਜੁੜਨਾ ਸ਼ੁਰੂ ਹੁੰਦਾ ਹੈ? ਬਚਪਨ ਤੋਂ। ਕਿਹੜੀ ਥਾਂ ਮੋਹਰਾਂ ਦੀ ਖਾਣ ਹੈ? ਜਿੱਥੇ ਸਾਡਾ ਬਚਪਨ ਬੀਤੇ। ਵੱਡਿਆਂ ਦਾ ਜ਼ਿੰਦਗੀ ਨਾਲ ਪਹਿਲਾ ਧਰਮ ਕੀ ਹੈ? ਬੱਚਿਆਂ ਦੀ ਦੁਨੀਆ ਵਿੱਚ ਬੋਲੀ ਦੀ ਅਮੀਰੀ ਦਾ ਵਾਧਾ ਕਾਇਮ ਰੱਖਣਾ। ਅੱਗੇ, ਸਾਡੀ ਬੋਲੀ ਕਿਹੜੀ ਹੈ? ਸਾਡੀ ਮਾਂ ਦੀ ਬੋਲੀ। 12ਵਾਂ ਪ੍ਰਸ਼ਨ, ਕਿਹੜੇ ਲੋਕ ਬੇਭਾਗ ਹੁੰਦੇ ਹਨ ਜਿਨ੍ਹਾਂ ਨੂੰ ਵੱਡੇ ਹੋ ਕੇ ਬਚਪਨ ਦੀ ਬੋਲੀ ਤੋਂ ਵੱਖਰੀ ਬੋਲੀ ਅਪਣਾਉਣੀ ਪੈਂਦੀ ਹੈ? ਜ਼ਿੰਦਗੀ ਦੇ ਅਸਲੀ ਤਜਰਬੇ ਕਿਹੜੇ ਹਨ? ਵੇਖਣਾ, ਖੇਡਣਾ, ਮਿਲਣਾ, ਪਿਆਰਨਾ ਆਦਿ। ਪੜ੍ਹਾਈ ਦੀ ਤਜਰਬਿਆਂ ਵਿੱਚ ਕੀ ਮਹੱਤਤਾ ਹੈ? ਪੜ੍ਹਾਈ ਤਜਰਬੇ ਦੀ ਲਗਨ ਵਧਾਉਣ ਅਤੇ ਤਜਰਬਿਆਂ ਨੂੰ ਸਾਂਭਣ ਦਾ ਸਾਧਨ ਹੈ। ਅਗਲਾ ਪ੍ਰਸ਼ਨ, ਮਨੁੱਖੀ ਸ਼ਖਸੀਅਤ ਲਈ ਤਜਰਬੇ ਅਤੇ ਮੌਕਿਆਂ ਦੀ ਕੀ ਦੇਣ ਹੈ? ਇਹ ਮਨੁੱਖੀ ਸ਼ਖਸੀਅਤ ਨੂੰ ਅਮੀਰ ਬਣਾਉਂਦੇ ਅਤੇ ਉਸ ਦੀ ਬੋਲੀ ਨੂੰ ਲਿਸ਼ਕਾਉਂਦੇ ਹਨ। ਕਿਹੜੇ ਲੋਕ ਆਪਣਾ ਪੂਰਾ ਮੁੱਲ ਨਹੀਂ ਪਵਾ ਸਕਦੇ? ਜਿਹੜੇ ਆਪਣੇ ਲਫ਼ਜ਼ਾਂ ਵੱਲ ਕਦੇ ਧਿਆਨ ਨਹੀਂ ਦਿੰਦੇ। ਸਾਨੂੰ ਕਿਸ ਕੋਲੋਂ ਲਫ਼ਜ਼ ਸਿੱਖਣੇ ਚਾਹੀਦੇ ਹਨ? ਹਰ ਇੱਕ ਤੋਂ। ਅਗਲਾ ਪ੍ਰਸ਼ਨ, ਕੀ ਲਫ਼ਜ਼ ਦੌਲਤ ਹਨ? ਲਫ਼ਜ਼ ਆਪ ਦੌਲਤ ਨਹੀਂ, ਬਲਕਿ ਦੌਲਤ ਦੀ ਨਿਸ਼ਾਨੀ ਹਨ। ਅੱਗੇ, ਲਫ਼ਜ਼ ਕਿਸ ਦੀ ਦੌਲਤ ਦੀਆਂ ਮੋਹਰਾਂ ਹੁੰਦੇ ਹਨ? ਦਿਲ ਦੀ। ਅਗਲਾ, ਬੋਲੀ ਦੇ ਸਿੱਕੇ ਅਤੇ ਨੋਟ ਕਿਹੜੇ ਹਨ? ਸ਼ਬਦ। ਬੋਲੀ ਕਿਸ ਦੀ ਕੁੰਜੀ ਹੈ? ਕਾਮਯਾਬੀ ਦੀ। ਬੋਲੀ ਕਦੋਂ ਹੋਰ ਜ਼ਿਆਦਾ ਵਿਕਸਿਤ ਹੁੰਦੀ ਹੈ? ਜਦੋਂ ਦਿਲ ਵਿੱਚ ਦੋਸਤੀ, ਪਿਆਰ, ਕੁਰਬਾਨੀ ਦੀਆਂ ਦੌਲਤਾਂ ਹੋਣ। ਕਿਹੜੇ ਲੋਕਾਂ ਦੀ ਜ਼ਿੰਦਗੀ ਦਿਨੋ ਦਿਨ ਕੰਗਾਲ ਹੁੰਦੀ ਜਾਂਦੀ ਹੈ? ਜੋ ਬੱਚਿਆਂ ਦੀ ਦੁਨੀਆ ਦਾ ਧਿਆਨ ਨਹੀਂ ਰੱਖਦੇ। ਲੇਖਕ ਕਿਸ ਦੀ ਭੁੱਖ ਪੈਦਾ ਕਰਨ ਲਈ ਕਹਿੰਦਾ ਹੈ? ਲਫ਼ਜ਼ਾਂ ਦੀ। ਅਮੀਰ ਬੋਲੀ ਕਿਹੜੀ ਹੁੰਦੀ ਹੈ? ਜੋ ਜ਼ਿੰਦਗੀ ਦੇ ਤਜਰਬੇ ਤੇ ਅਕਲ ਤੋਂ ਆਪਣੇ ਲਫ਼ਜ਼ ਚੁਣਦੀ ਹੈ। ਤਾਂ ਬੱਚਿਓ, ਇਹ ਸੀ ਤੁਹਾਡਾ ਪਾਠ ਬੋਲੀ। ਮੈਨੂੰ ਉਮੀਦ ਹੈ ਤੁਹਾਨੂੰ ਪਾਠ ਸਮਝ ਆ ਗਿਆ ਹੈ। YouTube ਚੈਨਲ ਪੰਜਾਬੀ ਸਕੂਲ ਨੂੰ ਸਬਸਕ੍ਰਾਈਬ ਅਤੇ ਸ਼ੇਅਰ ਕਰਨਾ ਨਾ ਭੁੱਲਿਓ। ਤੁਹਾਡਾ ਅਗਲਾ ਪਾਠ ਲੈ ਕੇ ਬਹੁਤ ਜਲਦੀ ਫਿਰ ਤੋਂ ਹਾਜ਼ਰ ਹੋਵਾਂਗੇ। ਉਦੋਂ ਤੱਕ ਦਿਓ ਇਜਾਜ਼ਤ। ਧੰਨਵਾਦ।